ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਦੋਸਤੋ, ਅੱਜ ਬਹੁਤ ਸਾਰੇ ਸਟੂਡੈਂਟ ਇਹ ਸੋਚ ਰਹੇ ਨੇ ਕਿ ਸੈਪਟੈਂਬਰ ਇਨਟੇਕ ਲਈ ਅਪਲਾਈ ਕਰੀਏ ਜਾਂ ਨਾ ਕਰੀਏ, ਕਿਉਂਕਿ ਸਿਚੁਏਸ਼ਨਸ ਇੰਨੀ ਤੇਜ਼ੀ ਨਾਲ ਬਦਲੀਆਂ ਕਿ ਸੈਪਟੈਂਬਰ ਇਨਟੇਕ ਹੁਣ ਅਪਲਾਈ ਕਰਨ ਦਾ ਸਮਾਂ ਵੀ ਥੋੜਾ ਰਹਿ ਗਿਆ ਤੇ ਕਨਫਿਊਜ਼ਨ ਵੀ ਬਰਕਰਾਰ ਹੈ। ਸੋ ਅੱਜ ਗੱਲ ਕਰਾਂਗੇ ਕੀ ਪੋਸੀਬਲ ਹੈ ਸੈਪਟੈਂਬਰ ਇਨਟੇਕ ਅਪਲਾਈ ਕਰਨਾ। ਜੇ ਪੋਸੀਬਲ ਹੈ, ਕਿਹੜੀ ਕੈਟੇਗਰੀ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਤੇ ਕਿਹਨਾਂ ਨੂੰ ਹੁਣ ਨਹੀਂ ਕਰਨਾ ਚਾਹੀਦਾ ਤੇ ਜਨਵਰੀ ਵਾਸਤੇ ਆਪਟ ਕਰਨਾ ਚਾਹੀਦਾ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ। ਜਗਪ੍ਰੀਤ ਜੀ, ਸਵਾਗਤ। ਥੈਂਕ ਯੂ ਦੀਪਕ। ਜਗਪ੍ਰੀਤ ਜੀ, ਬਹੁਤ ਸਾਰੇ ਸਟੂਡੈਂਟ ਸੋਚ ਰਹੇ ਸੀਗੇ ਕਿ ਸੈਪਟੈਂਬਰ ਇਨਟੇਕ 'ਚ ਅਪਲਾਈ ਤਾਂ ਕੀਤਾ ਜਾਵੇ, ਪਰ ਕਿਉਂਕਿ ਚੀਜ਼ਾਂ ਰੁਕ ਕੇ ਚੱਲ ਰਹੀਆਂ ਸੀ, ਬਾਇਓਮੈਟ੍ਰਿਕ ਰੁਕੇ ਹੋਏ ਸੀਗੇ, ਸਟੈਂਪਿੰਗ ਨਹੀਂ ਹੋ ਰਹੀ ਸੀ, ਉਸ ਚੱਕਰ 'ਚ ਕਈਆਂ ਨੇ ਸੈਪਟੈਂਬਰ ਲਈ ਹਜੇ ਤੱਕ ਅਪਲਾਈ ਨਹੀਂ ਕੀਤਾ। ਬਿਲਕੁਲ। ਕੁਝ ਰਿਫਿਊਜ਼ਡ ਸਟੂਡੈਂਟ ਵੀ ਨੇ, ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਇੰਨੀ ਜਲਦੀ ਅਪਲਾਈ ਕਰ ਦੇਣਾ ਚਾਹੀਦਾ ਹੈ ਜਾਂ ਹੁਣ ਵੇਟ ਕਰਕੇ ਜਨਵਰੀ 'ਚ ਅਪਲਾਈ ਕਰਨਾ। ਬਿਲਕੁਲ। ਸੋ ਤੁਸੀਂ ਸੈਪਟੈਂਬਰ ਇਨਟੇਕ ਲਈ ਕਿਹੜੇ ਸਟੂਡੈਂਟਸ ਨੂੰ ਸੁਜੈਸਟ ਕਰੋਗੇ? ਬਿਲਕੁਲ ਦੀਪਕ ਜੀ, ਜਿਹੜਾ ਤੁਸੀਂ ਸਵਾਲ ਰੱਖਿਆ ਹੈ ਬਹੁਤ ਹੀ ਇੱਕ ਮੇਜਰ ਕੰਸਰਨ ਹੈ ਹਰ ਇੱਕ ਸਟੂਡੈਂਟ ਦਾ ਜੀ। ਇਸ ਟੌਪਿਕ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਸਟੂਡੈਂਟਸ ਨੂੰ ਐਡਵਾਈਸ ਕਰਾਂਗਾ, ਪਹਿਲਾਂ ਤੋਂ ਵੀ ਰਿਕਮੈਂਡ ਕਰਦੇ ਆਏ ਹਾਂ ਕਿ ਜਦੋਂ ਦਾ ਆਪਾਂ ਕੋਵਿਡ ਦੀ ਸਿਚੁਏਸ਼ਨ ਦੇਖੀਏ 2020 ਤੋਂ, ਸਟੂਡੈਂਟਸ ਨੂੰ ਬਹੁਤ ਵੈਲ ਇਨ ਐਡਵਾਂਸ ਇਸ ਚੀਜ਼ ਦੇ ਉੱਤੇ ਅਸੀਂ ਐਡਵਾਈਸ ਕਰਦੇ ਰਹੇ ਹਾਂ ਕਿ ਐਪਲੀਕੇਸ਼ਨ ਨੂੰ ਕੰਪਲੀਟ ਕਰੋ, ਐਡਵਾਂਸ ਕੰਪਲੀਟ ਕਰੋ, ਅਪਲਾਈ ਕਰੋ, ਪ੍ਰੋਸੈਸ ਕਰੋ, ਸੋ ਦੈਟ ਕੋਈ ਵੀ ਅਨਅਵੋਇਡੇਬਲ ਸਰਕਮਸਟਾਂਸਿਸ ਹੁੰਦੇ ਆ ਤਾਂ ਉਹਦੇ ਵਿੱਚ ਸਟੂਡੈਂਟਸ ਜੋ ਅੱਜ ਪ੍ਰੋਬਲਮ 'ਚ ਫੇਸ ਕਰ ਰਹੇ ਆ, ਡਿਲੇ ਹੋ ਰਹੇ ਆ ਜੀ, ਵਿੱਚ ਕੋਈ ਸਰਵਿਸਿਜ਼ VFS ਦੀਆਂ ਬੰਦ ਹੋ ਗਈਆਂ, ਕਦੀ IRCC ਨੇ ਬੰਦ ਕਰਤਾ, ਤਾਂ ਇਹ ਸਾਹਮਣਾ ਨਾ ਕਰਨਾ ਪਵੇ, ਫਿਰ ਡੈਫਰਮੈਂਟਸ ਕਰਨੀਆਂ ਪੈਂਦੀਆਂ। ਹੁਣ ਪ੍ਰੈਜ਼ੈਂਟਲੀ ਇੱਕ ਸਵਾਲ ਸਟੂਡੈਂਟ ਦਾ ਨਿਕਲ ਕੇ ਆ ਰਿਹਾ ਹੈ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਫਾਈਲ ਲੌਂਚ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਬਹੁਤ ਸਾਰਾ ਸਟੂਡੈਂਟ ਜੀ ਸੈਪਟੈਂਬਰ 'ਚ ਅਪਲਾਈਡ ਹੈ, ਉਹ ਚਾਹੇ ਫਰੈਸ਼ ਹੈ ਤੇ ਚਾਹੇ ਡੈਫਰਮੈਂਟਸ 2-2 3-3 ਲੈ ਕੇ ਬੈਠਾ ਹੈ। 4-4 ਡੈਫਰਮੈਂਟ ਵਾਲਾ ਵੀ ਸਟੂਡੈਂਟ ਇੱਥੇ ਇਸ ਵੇਲੇ ਸੈਪਟੈਂਬਰ ਇਨਟੇਕ 'ਚ ਹੈ। ਸੋ ਪਹਿਲੀ ਗੱਲ ਕਰਾਂਗੇ, ਜਿਹੜੇ ਸਟੂਡੈਂਟ ਰੀਸੈਂਟਲੀ ਰਿਫਿਊਜ਼ ਹੋਏ, ਕੀ ਉਹਨਾਂ ਨੂੰ ਦੁਬਾਰਾ ਫਾਈਲ ਸੈਪਟੈਂਬਰ 'ਚ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ। ਸੋ ਉਹਦੇ 'ਚ ਇੱਕ ਸਟੂਡੈਂਟ ਇੱਦਾਂ ਦੇ ਆ ਜਿਨ੍ਹਾਂ ਦੇ ਕੋਲ ਹਰ ਅਕੈਡਮਿਕ ਕ੍ਰੈਡੀਬਿਲਿਟੀ ਜਾਂ ਇੰਗਲਿਸ਼ ਕ੍ਰੈਡੀਬਿਲਿਟੀ ਰੈਲੇਵੈਂਟ ਪ੍ਰੋਗਰਾਮ ਉਹ ਮੀਟ ਹੋ ਰਿਹਾ, ਸਿਰਫ ਔਰ ਸਿਰਫ ਉਹਨਾਂ ਦੀਆਂ SOP ਦੇ ਵਿੱਚ ਗਲਤੀਆਂ ਨੇ, ਔਰ ਬਹੁਤ ਮੇਜਰ ਗਲਤੀਆਂ ਨੇ। ਕੋਰਸ ਦੀਆਂ ਡਿਸਕ੍ਰਿਪਸ਼ਨਸ ਹੀ ਗਲਤ ਦਿੱਤੀਆਂ ਹੋਈਆਂ ਨੇ ਕਈ ਜਗ੍ਹਾ ਤੇ, ਮੈਂ ਦੇਖਿਆ ਹੋਇਆ। ਕਿਉਂਕਿ ਇਹ ਜਦੋਂ ਪਹਿਲਾਂ ਸਟੂਡੈਂਟ ਵੀ ਫਾਈਲ ਨਹੀਂ ਲਾ ਰਿਹਾ ਸੀ, ਕੰਸਲਟੈਂਟ ਵੀ ਨਹੀਂ ਲਾ ਰਹੇ ਸੀਗੇ, ਫਿਰ ਦੇਖਿਆ ਜੀ ਹੁਣ ਸਾਰੀਆਂ ਸਰਵਿਸਿਜ਼ ਖੁੱਲ ਰਹੀਆਂ ਨੇ, ਹੁਣ ਫਟਾਫਟ ਫਾਈਲਸ ਲਾ ਦਿਓ। ਉਹਦੇ ਦੌਰਾਨ SOPs ਗਲਤ ਲੱਗੀਆਂ, ਉਹ ਵਾਲਾ ਸਟੂਡੈਂਟ ਦੁਬਾਰਾ ਫਾਈਲ ਰੀਲੌਂਚ ਕਰ ਸਕਦਾ ਹੈ ਸੈਪਟੈਂਬਰ ਲਈ, ਕਿਉਂਕਿ ਰਿਜ਼ਲਟ ਆਉਣੇ ਹੁਣ ਸਟਾਰਟ ਹੋ ਚੁੱਕੇ। ਸਿਰਫ ਇੱਕ SOP ਗਲਤ ਹੋਣ ਨਾਲ ਰਿਜੈਕਸ਼ਨ ਆ ਜਾਂਦੀ ਹੈ? ਬਿਲਕੁਲ ਆ ਜਾਂਦੀ ਹੈ ਜੀ। ਮੈਂ ਇੱਕ ਸਟੂਡੈਂਟ ਦੀ SOP ਦੇਖੀ ਹੈ, ਉਹ ਅੰਡਰ ਗ੍ਰੈਜੂਏਟ 2 ਇਅਰਸ ਅਪਲਾਈ ਕਰ ਰਿਹਾ ਔਰ SOP 'ਚ ਲਿਖ ਰਿਹਾ ਮੈਂ ਬੈਚਲਰਸ ਡਿਗਰੀ 'ਚ ਅਪਲਾਈ ਕਰ ਰਿਹਾ। ਅੱਛਾ, ਇਹ ਤਾਂ ਫਿਰ ਨੋ ਡਾਊਟ ਬਹੁਤ ਵੱਡੀ ਕਲੈਰੀਕਲ ਕੋਰਸ ਦਾ ਨਾਮ ਠੀਕ ਹੈ, ਬਟ ਤੁਸੀਂ ਉਹਦੀ ਡਿਸਕ੍ਰਿਪਸ਼ਨ ਹੀ ਬਦਲ ਦਿੱਤੀ। ਤਾਂ ਵੀਜ਼ਾ ਆਫੀਸਰ ਦੇ ਕੋਲ ਤੁਹਾਡੀਆਂ ਇੰਟੈਂਸ਼ਨਸ ਬਿਲਕੁਲ ਕਲੀਅਰ ਹੋ ਗਈਆਂ ਵੀ ਇਹਨੂੰ ਤੇ ਆਪਣੇ ਕੋਰਸ ਬਾਰੇ ਨੌਲੇਜ ਨਹੀਂ ਹੈ, ਇਹ ਪੜ੍ਹਨ ਕੀ ਆ ਰਿਹਾ, ਇਹ ਸਿਰਫ ਕੈਨੇਡਾ 'ਚ ਐਂਟਰੀ ਲੈ। SOP ਕਿਤੇ ਨਾ ਕਿਤੇ ਜਿਹੜਾ ਵੀਜ਼ਾ ਆਫੀਸਰ ਹੁੰਦਾ ਉਹ ਇਹ ਸੋਚਦਾ ਹੈ ਜਾਂ ਮੰਨਦਾ ਹੈ ਕਿ ਇਹ ਸਟੂਡੈਂਟ ਨੇ ਆਪ ਲਿਖੀ ਹੈ। ਬਿਲਕੁਲ ਜੀ, ਇਹ ਜਿਹੜੀ ਸਟੇਟਮੈਂਟ ਹੈ SOP ਦਾ, ਅਗਰ ਇਹਨੂੰ ਇਲੈਬੋਰੇਟ ਕਰੀਏ ਤਾਂ ਦੈਟ ਇਜ਼ ਸਟੇਟਮੈਂਟ ਆਫ ਪਰਪਸ। ਕਿ ਚਾਹੇ ਏਜੰਟ ਨੇ ਬਣਾਤੀ ਹੋਵੇ ਪਰ ਵੀਜ਼ਾ ਆਫੀਸਰ ਇਹੀ ਸੋਚੂਗਾ ਕਿ ਸਟੂਡੈਂਟ ਨੇ ਆਪ ਲਿਖੀ, ਬਿਕੋਜ਼ ਐਪਲੀਕੈਂਟ ਕੌਣ ਹੈ? ਸਟੂਡੈਂਟ ਹੈ, ਤੇ ਸਟੇਟਮੈਂਟ ਆਫ ਪਰਪਸ ਕੌਣ ਦੇ ਰਿਹਾ? ਸਟੂਡੈਂਟ ਦੇ ਰਿਹਾ। ਸੋ ਦਿਸ ਮੀਨਸ ਉਹ ਕਿਤੋਂ ਵੀ ਲਿਖਾ ਕੇ ਬੈਠਾ ਹੋਇਆ, ਬਟ ਉਹ ਦਰਸ਼ਾ ਤਾਂ ਇਹੀ ਰਹੀ ਹੈ ਕਿ ਇਹ ਸਟੂਡੈਂਟ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ। US ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਇੰਟਰਵਿਊ ਹੈ, ਤਾਂ ਸਟੂਡੈਂਟ ਉੱਥੇ ਜਾ ਕੇ ਇੰਟਰਵਿਊ ਦੇ ਵਿੱਚ ਫਿਜ਼ੀਕਲੀ ਅਪੀਅਰ ਹੁੰਦਾ, ਆਪਣੀਆਂ ਪ੍ਰੈਜੈਂਟੇਸ਼ਨਸ ਦਿੰਦਾ, ਆਪਣੇ ਜੋ ਵੀ ਚੀਜ਼ਾਂ ਦੇ ਕੋਲ ਹੁੰਦੀਆਂ ਕੰਟੈਂਟ ਉਹਨੂੰ ਐਕਸਪ੍ਰੈਸ ਕਰਦਾ। ਸੋ ਕੈਨੇਡਾ 'ਚ SOP ਹੈ, ਉਹਦੇ ਵਿੱਚ ਉਹਦੀ ਡਿਲੀਵਰੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਇੰਟਰਵਿਊ 'ਚ ਅਪੀਅਰ ਨਹੀਂ ਹੋ ਰਹੇ ਤਾਂ ਤੁਹਾਡੀ ਪ੍ਰੈਜੈਂਟੇਸ਼ਨ ਉਹ ਚੀਜ਼ ਦੀ ਹੈ। ਸੋ ਜਿਹੜਾ ਸਟੂਡੈਂਟ ਇਸ ਕਾਰਨ ਤੋਂ ਰਿਫਿਊਜ਼ ਹੈ ਉਹ ਇਮੀਡੀਏਟਲੀ ਅਪਲਾਈ ਕਰ ਲੇ। ਹੁਣ ਸੈਕਿੰਡ ਸਟੂਡੈਂਟ ਜਿਹੜਾ ਰਿਜੈਕਟ ਹੋਇਆ, ਕਿਸੇ ਦਾ ਪ੍ਰੋਗਰਾਮ ਗਲਤ ਹੈ, ਕਿਸੇ ਦਾ IELTS ਵੀਕ ਸੀ, ਮੈਂ ਦੇਖਿਆ 2 'ਚ 5.5 ਵਾਲੇ ਬਹੁਤ ਸਾਰੇ ਸਟੂਡੈਂਟ ਅਪਲਾਈਡ ਹੈ, ਸਿਰਫ ਇਸ ਚੱਕਰ 'ਚ ਕਿ ਹੁਣ ਇਕੱਠੀਆਂ ਫਾਈਲਾਂ ਤੇ ਰਿਜ਼ਲਟ ਆਣੇ, ਸਾਨੂੰ ਵੀ ਵੀਜ਼ੇ ਮਿਲ ਜਾਣੇ ਆ। ਉਹ ਸਟੂਡੈਂਟ ਦਾ ਰੈਲੇਵੈਂਟ ਪ੍ਰੋਗਰਾਮ ਹੈ, ਉਹ ਅਗਲੇ ਇਨਟੇਕ 'ਚ ਡੈਫਰ ਕਰੇ, IELTS ਇੰਪਰੂਵ ਕਰੇ, ਫਿਰ ਫਾਈਲ ਆਵੇ। ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਲੱਗਦਾ ਹੈ ਥੋੜੀ ਜਿਹੀ ਜਿਹੜੀ ਰਿਜੈਕਸ਼ਨ ਦੀ ਰੇਸ਼ੀਓ ਵਧੀ ਉਹ ਇਹਦੇ ਕਰਕੇ ਵੀ ਹੋ ਸਕਦੀ? ਬਿਲਕੁਲ, ਇਹਦੇ ਕਰਕੇ ਵੀ ਇੱਕ ਕਾਰਨ ਹੋ ਸਕਦਾ। ਬਿਲਕੁਲ ਹੈ ਜੀ, ਇੱਕ ਕਾਰਨ ਇਹ ਹੈ ਕਿ ਜਿਹੜੀ ਐਪਲੀਕੇਸ਼ਨ ਇਨਟੇਕਸ 'ਚ ਡਿਵਾਈਡ ਹੁੰਦੀ ਸੀ ਉਹ ਇਕੱਠੀ ਇੱਕ ਜਗ੍ਹਾ ਤੇ ਆ ਗਈ। ਸੈਕਿੰਡ ਇਹ ਵੀ ਆ ਵੀ ਕਈ ਸਟੂਡੈਂਟਸ ਨੇ ਇਹ ਵੀ ਸੋਚਿਆ ਕਿ ਚਲੋ ਜੀ ਰਸ਼ ਹੈਗਾ,
ਜ਼ਿਆਦਾ ਐਪਲੀਕੇਸ਼ਨ ਆਪਾਂ ਵਿੱਚ ਲਾ ਦਿੰਨੇ, ਸਾਨੂੰ ਵੀ ਰਿਜ਼ਲਟ ਮਿਲ ਜਾਣੇ। ਕਿਉਂਕਿ ਲਾਸਟ ਈਅਰ ਕੀ ਹੋਇਆ ਸੀ, ਸਟੂਡੈਂਟ ਇਸ ਕਨਫਿਊਜ਼ਨ 'ਚ ਰਹਿ ਗਏ। ਲਾਸਟ ਈਅਰ ਸੈਪਟੈਂਬਰ 'ਚ ਦਿੱਤਾ ਗਿਆ ਸੀ AIP, ਉਹ ਵੀਜ਼ਾ ਨਹੀਂ ਸੀਗਾ, ਉਹ ਸਿਰਫ AIP ਸੀ, ਤਾਂ ਕਿ ਸਟੂਡੈਂਟ ਆਨਲਾਈਨ ਕਲਾਸ ਆਪਣੀ ਅਟੈਂਡ ਕਰ ਲੇ। ਤੁਸੀਂ ਦੇਖਿਆ ਕਿ AIP ਤੋਂ ਬਾਅਦ ਵੀ ਰਿਫਿਊਜ਼ਲ ਹੈ। ਹਾਂ, ਉਹ ਤਾਂ ਅਪਰੂਵਲ ਇਨ ਪ੍ਰਿੰਸੀਪਲ ਹੈ। ਠੀਕ ਹੈ, ਉਹ AIP ਤੋਂ ਬਾਅਦ ਵੀ ਸਟੂਡੈਂਟ ਨੂੰ ਇਸ ਵਾਰ ਵੀ ਇਹੀ ਲੱਗਾ ਕਿ ਬਲਕ ਐਪਲੀਕੇਸ਼ਨ ਹੈਗੀ ਆ, ਫਾਈਲ ਲਾ ਦਿੰਨੇ, ਸ਼ਾਇਦ ਵੀਜ਼ਾ ਆ ਜਾਏ। ਬਟ ਇਦਾਂ ਵੀਜ਼ਾ ਕਦੀ ਵੀ ਨਹੀਂ ਹੁੰਦਾ। ਵੀਜ਼ਾ ਹਮੇਸ਼ਾ ਇੱਕ ਐਲੀਜੀਬਲ ਪ੍ਰੋਫਾਈਲ ਨੂੰ ਦਿੱਤਾ ਜਾਂਦਾ ਹੈ। ਇਹ ਗੱਲ ਆ ਗਈ ਜੀ ਰਿਫਿਊਜ਼ਡ ਵਾਲਿਆਂ ਦੀ। ਹੁਣ ਗੱਲ ਹੈਗੀ ਹੈ ਵੀ ਉਹ ਵੀ ਸਟੂਡੈਂਟ ਇਸ ਵੇਲੇ ਬੈਠਾ ਜਿਹੜਾ ਡਿਲੇ 'ਚ ਸੀ, ਜਿਹੜਾ ਟ੍ਰੈਂਡ ਵਾਚ ਕਰ ਰਿਹਾ ਸੀ ਵੀ ਮੈਂ ਪਹਿਲਾਂ ਦੇਖ ਲਾਂ ਬਾਇਓਮੈਟ੍ਰਿਕ ਕਦੋਂ ਖੁੱਲ੍ਹਦੇ ਆ, ਫਿਰ ਮੈਂ ਦੇਖ ਲਵਾਂ ਮੈਡੀਕਲ ਕਦੋਂ ਖੁੱਲ੍ਹਦੇ ਆ, ਫਿਰ ਮੈਂ ਦੇਖ ਲਵਾਂ ਸਟੈਂਪਿੰਗ ਕਦੋਂ ਖੁੱਲ੍ਹਦੀ ਹੈ। ਹੁਣ ਹਰ ਇੱਕ ਸਰਵਿਸ ਖੁੱਲ੍ਹ ਗਈ। ਹੁਣ ਉਹ ਕਹਿ ਰਿਹਾ ਜੀ ਮੈਂ ਫਾਈਲ ਲਾਉਣੀ। ਹੁਣ ਜਦੋਂ ਫਾਈਲ ਲਾਉਣ ਆਊਗਾ, ਉਹਨੂੰ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿ ਬਾਇਓਮੈਟ੍ਰਿਕ ਅਪੁਆਇੰਟਮੈਂਟ ਅਗਰ ਜੁਲਾਈ ਲਾਸਟ ਜਾਂ ਅਗਸਤ ਦੇ ਪਹਿਲੇ 10 ਕੁ ਦਿਨ ਦੀ ਮਿਲਦੀ ਹੈ, ਫਿਰ ਤਾਂ ਕਿਤੇ ਸੋਚ ਲਵੇ ਵੀ ਮੈਂ ਫਾਈਲ ਲਾ ਦਾਂ, ਕਿਉਂਕਿ ਕਲਾਸ ਸਟਾਰਟ ਡੇਟ ਮੋਸਟਲੀ 10 ਕੁ ਸੈਪਟੈਂਬਰ ਦੇ ਆਸ-ਪਾਸ ਹੈ। ਸੋ ਉਹਦੇ ਕੋਲ 3 ਤੋਂ 4 ਵੀਕ ਦਾ ਟਾਈਮ ਸਟਿਲ ਹੈਗਾ ਵੀ ਸ਼ਾਇਦ ਉਹਦਾ ਰਿਜ਼ਲਟ ਜਿਹੜਾ ਪੋਜ਼ਿਟਿਵਲੀ ਉਹਨੂੰ ਮਿਲ ਜੇ। ਮੇਜਰ ਚਾਂਸਿਸ ਹੈ ਮਿਲ ਜਾਣ। ਬਟ ਜਿਹਨੂੰ ਅਪੁਆਇੰਟਮੈਂਟ ਹੀ ਅਗਸਤ ਦੇ ਲਾਸਟ ਦੇ 10 ਦਿਨ ਦੀ ਮਿਲਦੀ ਪਈ ਹੈ, ਉਹਨੂੰ ਮੇਰੀ ਇੱਕ ਐਡਵਾਈਸ ਰਹੇਗੀ ਕਿ ਉਹ ਆਪਣੀ ਡੈਫਰ ਕਰਕੇ ਜਨਵਰੀ ਦੀ ਆਫਰ ਲੈ ਕੇ LOA ਲੈ ਕੇ ਫਿਰ ਫਾਈਲ ਨੂੰ ਬੇਸ਼ੱਕ ਹੁਣ ਲਾਂਚ ਕਰ ਦੇ। ਕਿਉਂਕਿ ਪ੍ਰੈਜ਼ੈਂਟਲੀ ਅਗਰ ਉਹ ਫਾਈਲ ਸਿੱਧੀ ਸੈਪਟੈਂਬਰ ਲਈ ਲਾਊਗਾ, ਫਿਰ ਲਾਗੇ ਜਾ ਕੇ ਕਲਾਸ ਡੇਟ ਦੇ ਡੈਫਰਮੈਂਟ ਮੰਗੂਗਾ, ਤੇ ਹੋ ਸਕਦਾ ਉਹਨੂੰ ਡੈਫਰਮੈਂਟ ਨਾ ਮਿਲੇ ਤੇ ਕਾਲਜ ਕਹਦੇ ਜੀ ਹੁਣ ਤੁਸੀਂ ਅਗਲੇ ਸਾਲ ਸੈਪਟੈਂਬਰ 'ਚ ਆਓ। ਫਿਰ ਦੇਖੋ ਕਿੰਨੀ ਵੇਟ ਹੈ। ਫਿਰ ਸਟੂਡੈਂਟ ਕੀ ਕਰੂਗਾ ਜੀ, ਹੁਣ ਮੈਂ ਵਿਡਰੋਲ ਪਾਊਂਗਾ, ਫਿਰ ਮੈਂ ਆਪਣੀਆਂ ਫੀਸਾਂ ਵਾਪਸ ਮੰਗਾਊਂਗਾ, ਫਿਰ ਮੈਂ ਇੱਕ ਨਵਾਂ ਜਨਵਰੀ ਦਾ ਕੋਰਸ ਲੱਭੂੰਗਾ। ਤੇ ਜਨਵਰੀ 'ਚ ਕੋਰਸ ਲੱਭਣਾ ਇੰਨਾ ਸੌਖਾ ਨਹੀਂ ਰਹੂਗਾ ਅਗਰ ਤੁਸੀਂ ਸੈਪਟੈਂਬਰ 'ਚ ਜਾ ਕੇ ਸੋਚੋਗੇ। ਸੋ ਇਹ ਜਿਹੜੀ ਚੀਜ਼ ਹੈ, ਇਹ ਬਹੁਤ ਇੰਪੋਰਟੈਂਟ ਹੈ। ਸੈਪਟੈਂਬਰ ਦੀ ਫਾਈਲ ਕਿਹੜਾ ਲਾਂਚ ਕਰੇ ਤੇ ਕਿਹੜਾ ਨਾ ਕਰੇ। ਸੋ ਦੋਸਤੋ, 2 ਕੈਟੇਗਰੀਆਂ ਬਹੁਤ ਵਧੀਆ ਤਰੀਕੇ ਨਾਲ ਜਗਪ੍ਰੀਤ ਜੀ ਨੇ ਡਿਫਾਈਨ ਕਰ ਦਿੱਤੀਆਂ। ਹੁਣ ਤੁਸੀਂ ਦੇਖੋ ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ ਫਾਲ ਕਰਦੇ ਹੋ, ਉਸ ਦੇ ਹਿਸਾਬ ਨਾਲ ਹੀ ਆਪਣਾ ਡਿਸੀਜਨ ਲਓ, ਕਿਉਂਕਿ ਟਾਈਮ ਵੀ ਬਹੁਤ ਕੀਮਤੀ ਹੈ, ਤੁਸੀਂ ਲੇਟ ਹੋ ਸਕਦੇ ਹੋ। ਸੋ ਚੈਨਲ ਜ਼ਰੂਰ ਦੇਖਦੇ ਰਹੋ, ਸਬਸਕ੍ਰਾਈਬ ਵੀ ਕਰੋ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।